प्यारे किसान वीरों ते भैनों, ਜਦੋਂ ਅਸੀਂ ਆਪਣੀ ਖੇਤੀ ਦੀ ਗੱਲ ਕਰਨੇ ਆ ਤੇ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਤਕਨੀਕੀ ਗਿਆਨ ਸਾਨੂੰ ਹੋਣਾ ਬੜਾ ਲਾਜ਼ਮੀ ਹੈ। ਚਾਹੇ ਅਸੀਂ ਕਣਕ ਦੀ ਗੱਲ ਕਰ ਲਈਏ, ਚਾਹੇ ਆਪਾਂ ਸਰੋਂ ਦੀ ਫਸਲਾਂ ਦੀ ਗੱਲ ਕਰ ਲਈਏ। ਹੁਣ ਜੇ ਕਣਕ ਦੀ ਫਸਲ ਚੱਲਣ ਡਈ ਹੈ ਔਰ ਕਈਆਂ ਕਿਸਾਨਾਂ ਨੇ ਕਣਕ ਦੀ ਲੇਟ ਬਿਜਾਈ ਵੀ ਕਰਨੀ ਹੈ, ਨਾਲ ਦੇ ਨਾਲ ਕਣਕ ਦੀ ਫਸਲ ਦਾ ਪੂਰਾ ਧਿਆਨ ਵੀ ਦੇਣਾ ਹੈ, ਨਦੀਨਾਂ ਦੀ ਰੋਕਥਾਮ ਵੀ ਆਪਾਂ ਕਰਨੀ ਹੈ, ਕੀੜੇ ਮਕੌੜੇ ਬਿਮਾਰੀਆਂ ਤੋਂ ਵੀ ਆਪਾਂ ਬਚਾਅ ਕਰਨਾ ਫਸਲ ਦਾ। ਇਹ ਸਾਰੇ ਨੁਕਤੇ ਬੜੇ ਜ਼ਰੂਰੀ ਨੇ ਔਰ ਅਸੀਂ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਇਹ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਮੇਰੇ ਨਾਲ ਨੇ ਡਾਕਟਰ ਗੁਰਿੰਦਰਜੀਤ ਸਿੰਘ, ਜਿਹੜੇ ਕਿ ਖੇਤੀਬਾੜੀ ਅਫਸਰ ਨੇ, ਟ੍ਰੇਨਿੰਗ ਵਿਭਾਗ ਜ਼ਿਲ੍ਹਾ ਜਲੰਧਰ ਦੇ ਵਿੱਚ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵਿਖੇ ਆਪਣੀ ਸੇਵਾ ਨਿਭਾਉਣ ਦੇ ਨੇ। ਸੋ ਡਾਕਟਰ ਗੁਰਿੰਦਰਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜੇ ਅਸੀਂ ਕਣਕ ਦੀ ਫਸਲ ਦੀ ਬਿਜਾਈ ਦੀ ਗੱਲ ਕਰੀਏ ਤੇ ਹੁਣ ਸਮਾਂ ਜਿਹੜਾ ਚੱਲਣ ਡਿਆ ਉਹ ਚੱਲਦਾ ਪਿਆ ਲੇਟ ਬਿਜਾਈ ਵਾਲਾ। ਸੋ ਲੇਟ ਬਿਜਾਈ ਦੇ ਵਿੱਚ ਕਿਹੜੀਆਂ ਕਿਸਮਾਂ ਤੁਸੀਂ ਸਿਫਾਰਿਸ਼ ਕਰਦੇ ਹੋ ਔਰ ਉਹਨਾਂ ਦੀ ਬਿਜਾਈ ਦਾ ਸਮਾਂ ਕਿੱਥੋਂ ਤੱਕ ਜਾ ਸਕਦਾ ਹੈ, ਇਹਦੇ ਬਾਰੇ ਜਾਣਕਾਰੀ ਦਿਓ। ਡਾਕਟਰ ਸਾਹਿਬ, ਲੇਟ ਬਿਜਾਈ ਜਿਹੜੀ ਆ ਆਪਣੀ ਤਕਰੀਬਨ ਜਿਹੜੀ ਆ ਆਲੂਆਂ ਤੋਂ ਬਾਅਦ ਜਾਂ ਗੰਨੇ ਤੋਂ ਬਾਅਦ ਜਿਹੜੀਆਂ ਕਟਾਈ ਤੋਂ ਬਾਅਦ ਜਿਹੜੀ ਆਪਣੀ ਚੱਲਦੀ ਰਹਿੰਦੀ ਹੈ, ਤਕਰੀਬਨ ਲੋਹੜੀ ਤੱਕ ਆਪਣੀ ਲੇਟ ਬਿਜਾਈ ਚੱਲਦੀ ਰਹਿੰਦੀ ਜੀ। ਉਹਦੇ ਲਈ ਯੂਨੀਵਰਸਿਟੀ ਨੇ ਬੜੀਆਂ ਵਧੀਆ ਕਿਸਮਾਂ ਦਿੱਤੀਆਂ ਜਿਹੜੀਆਂ ਆਪਾਂ ਜੇ ਦਸੰਬਰ ਤੱਕ ਬਿਜਾਈ ਕਰਨੀ ਆ। PVW 771 ਕਿਸਮ ਆ, ਤਕਰੀਬਨ 133 ਦਿਨ ਲੈਂਦੀ ਆ ਤੇ 19 ਕੁਇੰਟਲ ਦੇ ਲਾਗੇ ਝਾੜ ਦੇ ਜਾਂਦੀ ਹੈ। ਇਹਨੂੰ ਨਾ ਤੇ ਪੀਲੀ ਕੁੰਗੀ ਲੱਗਦੀ ਨਾ ਭੂਰੀ ਕੁੰਗੀ ਲੱਗਦੀ ਹੈ। ਬਿਮਾਰੀ ਲਗਭਗ ਜਿਹੜੀਆਂ ਬਿਮਾਰੀਆਂ ਤੋਂ ਰਹਿਤ ਹੈ। ਫਿਰ PPW 752 ਕਿਸਮ ਆ, ਇਹ ਵੀ ਤਕਰੀਬਨ 130 ਦਿਨ ਲੈਂਦੀ ਹੈ ਤੇ 19 ਕੁਇੰਟਲ ਇਹ ਵੀ ਝਾੜ ਜਿਹੜਾ ਆਪਣਾ ਦੇ ਦਿੰਦੀ ਹੈ। ਇਹ ਆਪਾਂ ਜੇ ਦਸੰਬਰ ਤੱਕ ਬੀਜਣੀ ਆ, ਇਹਦੇ ਲਈ ਇਹ ਤੇ ਜੇ ਆਪਾਂ ਜਨਵਰੀ ਅੱਧ ਤੱਕ ਬੀਜਣੀ ਆ, ਉਹਦੇ ਲਈ ਯੂਨੀਵਰਸਿਟੀ ਨੇ ਇੱਕ PBW 757 ਕਿਸਮ ਜਿਹੜੀ ਆ ਦਿੱਤੀ ਆ, ਜਿਹੜੀ 114 ਦਿਨ ਸਿਰਫ ਲੈਂਦੀ ਆ ਤੇ 15 ਤੋਂ 16 ਕੁਇੰਟਲ ਜ਼ਿਮੀਂਦਾਰ ਨੂੰ ਝਾੜ ਦੇ ਦਿੰਦੀ। ਬਹੁਤ ਹੀ ਵਧੀਆ ਕਿਸਮ ਆ। ਜ਼ਿਮੀਂਦਾਰ ਭਰਾ ਜੇ ਲੇਟ ਬਿਜਾਈ ਛੇਤੀ ਬਿਜਾਈ ਕਰਨੀ ਆ, ਉਹਦੇ ਲਈ ਜ਼ਰੂਰੀ ਆ ਵੀ ਆਪਾਂ ਕਿਸਮ ਦੀ ਚੋਣ ਉਸ ਹਿਸਾਬ ਨਾਲ ਕਰੀਏ ਜਿਹੜੇ ਉਨੇ ਕੁ ਦਿਨ ਲੈਂਦੀ ਆ, ਕਿਉਂਕਿ ਪੱਕਣ ਵੇਲੇ ਮੁੜ ਕੇ ਇੱਕਦਮ ਗਰਮੀ ਹੋ ਜਾਂਦੀ ਹੈ। ਜੇ ਆਪਾਂ ਇਹ 'ਚ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਬੀਜ ਦਾਂਗੇ ਤੇ ਫਿਰ ਆਪਣੇ ਝਾੜ 'ਤੇ ਅਸਰ ਪਊਗਾ, ਦਾਣੇ ਨਹੀਂ ਬਣਨਗੇ ਪੂਰੇ। ਤੇ ਮੇਰੇ ਜ਼ਿਮੀਂਦਾਰ ਭਰਾਵਾਂ ਨੂੰ ਇਹੋ ਹੀ ਆ ਵੀ ਜਿਹੜੀਆਂ ਜੇ ਬੀਜਣੀ ਆ ਤੇ ਆਪਾਂ ਛੇਤੀ ਕਿਸਮਾਂ ਹੀ ਜਿਹੜੀਆਂ ਬੀਜਣੀਆਂ ਤੇ ਤਾਂ ਕਿ ਜਿਹੜੇ ਆਪਣਾ ਸਹੀ ਝਾੜ ਆਪਾਂ ਲੈ ਸਕੀਏ। ਕਿਸਮਾਂ ਦਾ ਤੁਸੀਂ ਜ਼ਿਕਰ ਕਰਤਾ ਤੇ ਹੁਣ ਕਈ ਵਾਰ ਸਾਡੇ ਕਿਸਾਨ ਦੇ ਮਨ 'ਚ ਆਉਂਦਾ ਕਿ ਇਹ ਬੀਜ ਕਿੱਥੋਂ ਮਿਲੂ। ਦੇਖੋ, ਇਹ ਮਨ ਦੇ ਵਿੱਚ ਗੱਲ ਆਉਂਦੀ ਹੈ ਕਿ ਕਿਸਮਾਂ ਤੁਸੀਂ ਦੱਸਦੀਆਂ ਤੇ ਕਈਆਂ ਕਿਸਾਨਾਂ ਨੇ ਲੇਟ ਬਿਜਾਈ ਕਰਨੀ ਵੀ ਹੋਏਗੀ। ਸੋ ਇਹ ਕਿਸਮਾਂ ਦਾ ਬੀਜ ਕਿੱਥੋਂ ਆਪਾਂ ਨੂੰ ਉਪਲਬਧ ਹੋ ਸਕਦਾ? ਇਹ ਆਪਾਂ ਨੂੰ ਜਿਹੜਾ ਬੀਜ ਆ, ਜਿਹੜਾ ਕੋਸ਼ਿਸ਼ ਤੇ ਕਰਨੀ ਚਾਹੀਦੀ ਵੀ ਯੂਨੀਵਰਸਿਟੀ ਤੋਂ ਆਪਾਂ ਬੀਜ ਲਈਏ। ਯੂਨੀਵਰਸਿਟੀ ਦੇ KVK ਕੇਂਦਰਾਂ 'ਤੇ ਵੀ ਹੈਗਾ, ਯੂਨੀਵਰਸਿਟੀ ਦੇ ਜਿਹੜੇ ਹੋਰ ਸੈਂਟਰ ਉਹਨਾਂ 'ਤੇ ਵੀ ਮਿਲ ਸਕਦਾ, ਤੇ ਜਾਂ ਜਿਹੜੇ ਭਰੋਸੇਮੰਦ ਜਿੱਥੋਂ ਆਪਾਂ ਕੋਈ ਸਰਟੀਫਾਈਡ ਬੀਜ ਜਿਹੜਾ ਆਪਾਂ ਆਪਣਾ ਕਿਸੇ ਵੀ ਕੰਪਨੀ ਦਾ ਲੈ ਕੇ ਉਹ ਬੀਜੀਏ ਤਾਂ ਕਿ ਆਪਣਾ ਕੋਈ ਨੁਕਸਾਨ ਨਾ ਹੋਵੇ। ਬੜਾ ਜ਼ਰੂਰੀ ਹੈ ਕਿ ਬੀਜ ਆਪਾਂ ਭਰੋਸੇਯੋਗ ਥਾਂ ਤੋਂ ਲਈ। ਕੋਈ ਬੀਜ ਜਿਹੜੀ ਫਸਲ ਦਾ ਆਧਾਰ ਹੈ। ਹਾਂ, ਜੇ ਬੀਜ ਚੰਗਾ ਮਿਲ ਗਿਆ ਤੇ ਆਪਣੀ ਫਸਲ ਚੰਗੀ ਬਣ ਸਕਦੀ ਹੈ। ਡਾਕਟਰ ਸਾਹਿਬ, ਹੁਣ ਜੇ ਅਸੀਂ ਹੁਣ ਫਸਲ ਦੀ ਗੱਲ ਕਰੀਏ, ਇਸ ਵਕਤ ਕਣਕ ਜਿਹੜੀ ਖੇਤਾਂ 'ਚ ਸਾਡੇ ਬਿਲਕੁਲ ਆਪਾਂ ਬੀਜ ਚੁੱਕੇ ਹਾਂ, ਸਮੇਂ ਸਿਰ ਬਿਜਾਈ ਕਰਨ ਦੀ ਜੇ ਗੱਲ ਕਰੀਏ ਤੇ ਉਹਦੇ ਵਿੱਚ ਸਾਨੂੰ ਹੁਣ ਜਿਹੜੀ ਸਮਾਂ ਆਉਣ ਡਿਆ ਉਹ ਨਦੀਨਾਂ ਦੀ ਰੋਕਥਾਮ ਦਾ ਸਮਾਂ ਆਉਣ ਡਿਆ। ਕਿਸਾਨ ਨੇ ਨਦੀਨਾਂ ਦੀ ਰੋਕਥਾਮ ਵਾਸਤੇ ਉਪਰਾਲੇ ਕਰਨੇ ਨੇ। ਸੋ ਉਹਦੇ ਵਾਸਤੇ ਕਿੱਦਾਂ ਦੀ ਵਿਉਂਤਬੰਦੀ ਬਣਾਈ ਜਾਵੇ ਤਾਂ ਕਿ ਹਰ ਵਾਰੇ ਆਪਾਂ ਕਹਿੰਦੇ ਹਾਂ ਕਿ ਸਪਰੇਆਂ ਆਪਾਂ ਕਰਨੇ ਆ, ਨਦੀਨ ਮਰਦੇ ਨਹੀਂ। ਇਹ ਅਕਸਰ ਕਿਸਾਨ ਦੀ ਸ਼ਿਕਾਇਤ ਹੁੰਦੀ ਹੈ। ਸੋ ਕਿਹੜੀ ਦਵਾਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਕਿਸ ਢੰਗ ਨਾਲ ਕਰਨਾ ਚਾਹੀਦਾ ਹੈ, ਇਹ ਸਾਰੀਆਂ ਗੱਲਾਂ ਸਾਡੇ ਮਨ 'ਚ ਆਉਂਦੀ ਹੈ। ਡਾਕਟਰ ਸਾਹਿਬ, ਨਦੀਨਾਂ ਦੀ ਜਿਹੜੀ ਹੈ ਨਾ ਸਮੱਸਿਆ ਕਾਫੀ ਜ਼ਿਆਦਾ ਆਪਾਂ ਨੂੰ, ਖਾਸ ਕਰਕੇ ਕਣਕ 'ਚ ਗੁੱਲੀ ਡੰਡੇ ਦੀ ਸਮੱਸਿਆ ਕਾਫੀ ਜ਼ਿਆਦਾ, ਪਰ ਇਹਦੀ ਪਲੈਨਿੰਗ ਆਪਾਂ ਨੂੰ ਸ਼ੁਰੂ ਤੋਂ ਹੀ ਕਰਨੀ ਪੈਣੀ ਹੈ। ਜੇ ਆਪਣੇ ਨਦੀਨ ਨਹੀਂ ਮਰਦੇ, ਸਭ ਤੋਂ ਤਾਂ ਵਧੀਆ ਹੀ ਵੀ ਆਪਾਂ ਬਿਜਾਈ ਟਾਈਮ ਹੀ ਜਿਹੜੀ ਆਪਾਂ ਉਦੋਂ ਹੀ ਜਿਹੜੀ ਸਪਰੇਅ ਨਾਲ ਹੀ 1-2 ਦਿਨਾਂ ਦੇ ਵਿੱਚ ਕਰ ਦਈਏ। ਜਿਹੜੀ ਸਟੌਂਪ 1.5 ਲੀਟਰ ਕਰ ਸਕਦੇ ਹਾਂ ਆਪਾਂ, ਸਟੌਂਪ 60 ਗ੍ਰਾਮ ਕਰ ਸਕਦੇ ਹਾਂ, ਜਾਂ ਇੱਕ ਪਲੇਟਫਾਰਮ ਦਵਾਈ ਆਉਂਦੀ ਆ ਉਹ 1 ਲੀਟਰ ਕਰ ਸਕਦੇ 200 ਲੀਟਰ ਪਾਣੀ। ਪਰ ਉਹ ਲਗਭਗ ਸਮਾਂ ਆਪਣਾ ਲੰਘ ਗਿਆ ਤੇ ਫਿਰ ਆਪਣਾ ਹੁੰਦਾ ਆਪਣਾ ਜੇ ਆਪਣੇ ਨਦੀਨ ਉੱਗ ਆਏ ਆ ਤੇ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਜਿਹੜੀ ਆ ਉਹਦਾ ਕੰਟਰੋਲ ਕਰ ਸਕਦੇ ਹਾਂ। ਉਹ ਆਪਾਂ ਜਿਹੜਾ ਤਕਰੀਬਨ ਜਦੋਂ 20 ਦਿਨ ਦੀ ਆਪਣੀ ਫਸਲ ਬਿਜਾਈ ਤੋਂ 20 ਦਿਨ ਹੋ ਜਾਂਦੇ ਬਿਜਾਈ ਤੋਂ, ਉਦੋਂ ਆਪਾਂ ਉਹਦਾ ਕੰਟਰੋਲ ਕਰਨਾ ਹੁੰਦਾ। ਉਹਦੇ ਲਈ ਜਿਹੜੀ ਆਪਾਂ ਜੇ ਤੇ ਆਪਣੀ ਜ਼ਮੀਨਾਂ ਹਲਕੀਆਂ ਆਈਸੋਪ੍ਰੋਟੋਨ ਦਵਾਈ ਵਰਤ ਸਕਦੇ 300 ਗ੍ਰਾਮ, ਜੇ ਕਿਨਾ ਦਰਮਿਆਨੀਆਂ ਫਿਰ 400 ਗ੍ਰਾਮ ਆਈਸੋਪ੍ਰੋਟੋਨ ਦਵਾਈ, ਜੇ ਭਾਰੀਆਂ ਤੇ ਫਿਰ 500 ਗ੍ਰਾਮ ਆਈਸੋਪ੍ਰੋਟੋਨ ਦਵਾਈ, ਜਾਂ ਫਿਰ 13 ਗ੍ਰਾਮ ਲੀਟਰ ਦਵਾਈ ਜਿਸ 'ਚ ਸਲਫਰਾਨ ਸਾਲਟ ਹੁੰਦਾ
ਉਹ ਆਪਾਂ ਜਿਹੜੀ ਆ 150 ਲੀਟਰ ਚ ਪਾਣੀ ਚ ਘੋਲ ਕੇ ਜੇ ਆਪਾਂ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਸਪਰੇਅ ਕਰ ਦਈਏ, ਜਦੋਂ ਨਦੀਨ 2-3 ਪੱਤਿਆਂ ਦੀ ਅਵਸਥਾ 'ਚ ਹੁੰਦਾ ਤੇ ਉਦੋਂ ਆਪਣਾ ਇਹ ਕੰਟਰੋਲ ਹੋ ਜਾਂਦਾ। ਕਿਉਂਕਿ ਇਹ ਬਹੁਤ ਜ਼ਰੂਰੀ ਆ ਵੀ ਨਦੀਨ ਕਿਸ ਟਾਈਮ ਤੇ ਆਪਾਂ ਨਦੀਨਾਂ ਨੂੰ ਕੰਟਰੋਲ ਕਰਨੀ ਸਪਰੇਅ ਕਰਾਂ। ਜੇ ਆਪਾਂ ਵੱਡੇ ਕਰਤੇ ਤੇ ਫਿਰ ਨਦੀਨ ਨਹੀਂ ਹੋਣੇ। ਫਿਰ ਇਸ ਤੋਂ ਬਾਅਦ ਜੇ ਆਪਾਂ ਉਹ ਵੀ ਸਮਾਂ ਲੰਘਾ ਲਿਆ, ਪਹਿਲਾ ਪਾਣੀ ਲੱਗ ਗਿਆ, ਪਹਿਲੇ ਪਾਣੀ ਤੋਂ ਬਾਅਦ ਆਪਣਾ ਜਦੋਂ ਪੈਰੀ 'ਚ ਪੈਰ ਠਰਾਵਾ ਹੋ ਜੇ, ਪੈਰ ਤੁਹਾਡਾ ਖੁੱਬਦਾ ਨਹੀਂ, ਨਿਸ਼ਾਨ ਨਹੀਂ ਪੈਂਦੇ। ਕਿਉਂਕਿ ਇਹ ਵੀ ਬਹੁਤ ਜ਼ਰੂਰੀ ਵੀ ਉਸ ਟਾਈਮ ਜ਼ਮੀਨ 'ਚ ਓਨਾ ਕੁ ਵੱਤਰ ਹੋਣਾ ਚਾਹੀਦਾ, ਨਮੀ ਹੋਣੀ ਚਾਹੀਦੀ ਆ ਵੀ ਤੁਹਾਡੀ ਫਸਲ ਨੂੰ ਨੁਕਸਾਨ ਨਾ ਹੋਵੇ ਤੇ ਨਦੀਨਾਂ ਨੂੰ ਨੁਕਸਾਨ ਹੋਵੇ। ਉਦੋਂ ਜਿਹੜਾ ਆਪਾਂ ਫਿਰ ਉਦੋਂ ਆਈਸੋਪ੍ਰੋਟੋਨਾਨ ਦਵਾਈ ਜਿਹੜੀ ਆਪਾਂ ਉਹ ਵਰਤ ਸਕਦੇ ਹਾਂ, ਉਹ ਵੀ 500 ਗ੍ਰਾਮ ਆਪਾਂ ਪਾ ਸਕਦੇ ਹਾਂ। ਫਿਰ ਕਲਡੀਨਾ ਫੌਪ ਦਵਾਈ ਆਉਂਦੀ ਜਿਹੜੀ ਟੌਪਿਕ ਦੇ ਨਾਂ ਦੇ ਹੇਠ ਆਉਂਦੀ, ਜਾਂ ਹੋਰ ਵੀ ਕਈ ਕੰਪਨੀਆਂ ਦੀ ਆਉਂਦੀ ਆ, ਉਹ ਆਪਾਂ ਜਿਹੜੀ ਆ 160 ਗ੍ਰਾਮ ਜਿਹੜੀ ਆ ਉਹ ਪਾ ਸਕਦੇ ਆ। ਫਿਰ ਨੌਕਸਾਡਿਨ ਦਵਾਈ ਦਾ ਸਾਲਟ ਆ ਜਿਹੜਾ ਆਉਂਦੇ ਆ, ਉਹਦੇ 'ਚ ਆਪਾਂ ਵਰਤ ਸਕਦੇ ਹਾਂ। ਪਿਊਮਾ ਪਾਵਰ ਆ ਜਿਸ 'ਚ ਫਿਨੋਕਸਾ ਪ੍ਰੋਪ ਪੀਐਥਾਈਲ ਸਾਲਟ ਹੁੰਦਾ, ਉਹ 400 ml ਦਵਾਈ ਜਿਹੜੀ ਆਪਾਂ ਪਾ ਸਕਦੇ ਹਾਂ। ਇਹ ਚਾਰਾਂ ਦਵਾਈਆਂ 'ਚ ਆਪਾਂ ਕੋਈ ਵੀ ਜਿਹੜੀ ਪਾਉਣੀ ਦਵਾਈ 30 ਤੋਂ 35 ਦਿਨਾਂ ਦੇ ਵਿੱਚ ਜਦੋਂ ਬਿਜਾਈ ਤੋਂ ਪਾਵਾਂਗੇ ਤੇ ਇਹਦਾ ਅਸਰ ਵਧੀਆ ਹੋਊਗਾ। ਫਿਰ ਸਪਰੇਅ ਆਪਾਂ ਜਿਹੜੀ 150 ਲੀਟਰ ਪਾਣੀ ਨਾਲ ਕਰਨੀ ਆ ਤੇ ਕਰਨੀ ਕੱਟ ਵਾਲੀ ਨੋਜ਼ਲ ਨਾਲ, ਇਹ ਬਹੁਤ ਜ਼ਰੂਰੀ ਆ। ਜੇ ਆਪਣੇ ਖੇਤਾਂ 'ਚ ਗੁੱਲੀ ਡੰਡੇ ਤੋਂ ਬਗੈਰ ਹੋਰ ਚੌੜੇ ਨਦੀਨ ਵਾਲੇ ਪੱਤੇ ਵੀ ਹੈਗੇ ਆ, ਆਪਣੇ ਜਿਹੜੇ ਨਦੀਨ ਆ, ਉਹਨਾਂ ਦਾ ਵੀ ਕੰਟਰੋਲ ਕਰਨ ਲਈ ਆਪਾਂ ਜਿਹੜੀ ਆ 250 ਗ੍ਰਾਮ 2,4-D ਸੋਡੀਅਮ ਸਾਲਟ ਵਾਲੀ ਤੇ 250 ਮਿਲੀਲੀਟਰ ਜਾਂ 250 ਮਿਲੀਲੀਟਰ 2,4-D ਅਥਾਈਲ ਸਾਲਟ ਵਾਲੀ 38% ਵਾਲੀ ਜਿਹੜੀ ਆ ਉਹ ਆਪਾਂ ਵਰਤ ਸਕਦੇ ਆ। ਉਹਦੇ ਲਈ ਜਿਹੜਾ ਆ ਆਪਾਂ ਜਦੋਂ ਉਹਨੂੰ ਪਾਉਣਾ, ਉਹ 35 ਤੋਂ 40 ਦਿਨ ਦੇ ਜਦੋਂ ਆਪਾਂ ਬਿਜਾਈ ਦਾ ਹੋ ਗਿਆ, ਜਦੋਂ ਆਪਾਂ ਸਮੇਂ ਸਿਰ ਜਿਹੜੀ ਬਿਜਾਈ ਕੀਤੀ ਆ। ਜੇ ਆਪਾਂ ਲੇਟ ਬਿਜਾਈ, ਛੇਤੀ ਬਿਜਾਈ ਕੀਤੀ ਦਸੰਬਰ 'ਚ, ਉਹਦੇ ਲਈ ਆਪਾਂ ਜਿਹੜਾ 45 ਤੋਂ 50 ਦਿਨਾਂ 'ਚ ਉਹਦੀ ਵਰਤੋਂ ਕਰਨੀ ਹੈ 2,4-D ਦੀ। 2,4-D। ਅੱਛਾ, ਇਹ ਡਾਕਟਰ ਸਾਹਿਬ 2,4-D ਜਿਹੜੀ ਤੁਸੀਂ ਫਰਮਾਇਆ ਹੈ, ਇਹ ਕਿਉਂਕਿ 2,4-D ਦਵਾਈ ਜਿਹੜੀ ਹੈ ਇਹ ਚੌੜੇ ਪੱਤਿਆਂ ਵਾਸਤੇ ਹੈ, ਤੇ ਬਾਕੀ ਦਵਾਈਆਂ ਤੁਸੀਂ ਕਾਫੀ ਲੰਬੀ ਲਿਸਟ ਦਿੱਤੀ ਹੈ, ਉਹ ਦਵਾਈਆਂ ਦੂਜੇ ਨਦੀਨਾਂ ਵਾਸਤੇ ਹੈ, ਘਾਹ ਵਾਲੇ ਨਦੀਨਾਂ ਵਾਸਤੇ ਹੈਗੀ। ਇਹਨਾਂ ਨੂੰ ਆਪਾਂ ਰਲਾ ਕੇ ਕਰ ਸਕਦੇ ਹਾਂ। ਜੇ ਸਮੱਸਿਆ ਹੋਰ ਵੀ ਗੰਭੀਰ ਹੋਵੇ ਤਾਂ ਕਿਵੇਂ ਕੀਤਾ ਜਾ ਸਕਦਾ, ਇਹ ਵੀ ਮਨ 'ਚ ਸਵਾਲ ਆਉਂਦੇ ਨੇ। ਔਰ ਨਾਲ ਦੇ ਨਾਲ ਇੱਕ ਗੱਲ ਇਹ ਵੀ ਵਜ਼ਾਹਤ ਕਰ ਦਿਓ, ਕਈ ਵਾਰੀ ਆਪਾਂ ਜਦੋਂ ਸਪਰੇਅ ਕਰਨੇ ਆ ਨਾ, ਸਪਰੇਅ ਕਰਨ ਤੋਂ ਬਾਅਦ ਨਾ ਪਲੱਤਣ ਨਹੀਂ ਮਾਰ ਲੱਗ ਪੈਂਦੀ ਫਸਲ, ਹੈ ਨਾ। ਸੋ ਇਹ ਵੀ ਕਈ ਵਾਰੀ ਕਿਸਾਨ ਨੂੰ ਦਿੱਕਤ ਆਉਂਦੀ ਹੈ। ਭਾਵੇਂ ਸਾਲਟ ਦਾ ਫਰਕ ਹੋਏਗਾ, ਔਰ ਕਈ ਵਾਰੀ ਵੀ ਤੁਸੀਂ ਸਿਫਾਰਿਸ਼ ਕਰਦੇ ਹੋ ਕਿ ਸਾਲਟ ਬਾਰ-ਬਾਰ ਰਿਪੀਟ ਵੀ ਨਹੀਂ ਕਰਨਾ ਆਪਾਂ, ਹੈ ਨਾ। ਸੋ ਕਹਿਣ ਤੋਂ ਭਾਵ ਇਹ ਹੈ ਕਿ 2,4-D ਦਵਾਈ ਦਾ ਮਿਕਸਚਰ, ਹੈ ਨਾ, ਇੱਕ ਤਾਂ ਇਹ ਕਲੀਅਰ ਕਰ ਦਿਓ। ਨਾਲ ਜੇ 2,4-D ਤੋਂ ਜੇ ਹੋਰ ਨਦੀਨਾਂ ਬੜੇ ਅੱਜ ਕੱਲ੍ਹ ਬਟਨ ਬੂਟੀ ਨਦੀਨ, ਕਣਕੀ ਘਾਹ, ਕਈ ਹੋਰ ਬੜੇ ਨਦੀਨ ਆਉਣ ਲੱਗ ਪਏ ਕਣਕ ਦੇ ਵਿੱਚ, ਉਹਦੇ ਬਾਰੇ ਵੀ ਜ਼ਰਾ ਵਜ਼ਾਹਤ ਕਰ ਦਿਓ। ਹੋਰ ਜਿਹੜੇ ਚੌੜੇ ਪੱਤੇ ਨਦੀਨ ਆ ਜਾਂ ਬਟਨ ਬੂਟੀ ਆ ਜਾਂ ਕੋਈ, ਉਹਦੇ ਲਈ ਆਪਾਂ ਐਲਗ੍ਰਿਪ ਦਵਾਈ ਜਿਹੜੀ ਆ, ਮੈਟ ਸਲਫਰਾਮ ਸਾਲਟ ਹੁੰਦਾ, ਉਹ 10 ਗ੍ਰਾਮ ਆਪਾਂ ਪਾ ਕੇ ਜਿਹੜਾ ਕਿ ਨਾ ਵਰਤ ਸਕਦੇ, ਤੇ ਉਹਦੇ ਨਾਲ ਆਪਣਾ ਕੰਟਰੋਲ ਹੋ ਸਕਦਾ। ਫਿਰ ਏਮ ਦਵਾਈ ਆਉਂਦੀ ਆ, ਇਨਫਿਨਿਟੀ ਆਉਂਦੀ ਆ, ਇਹ ਵੀ ਆਪਾਂ ਜਿੱਥੇ ਜ਼ਿਆਦਾ ਹੋਰ ਸਖਤ ਨਦੀਨ ਆ ਉਹਨਾਂ 'ਚ ਆਪਾਂ ਵਰਤ ਸਕਦੇ। ਚੌੜੇ ਪੱਤਿਆਂ ਲਈ, ਚੌੜੇ ਪੱਤਿਆਂ ਲਈ ਜੇ ਹਿਰਨ ਖੁਰੀ ਆ ਜਾਂ ਮਕੋਹ ਆ, ਉੱਥੇ ਆਪਾਂ ਲਫਿੰਡਾ ਦਵਾਈ ਆਉਂਦੀ ਆ, ਉਹ ਵਰਤ ਸਕਦੇ ਆ। ਉਹ 20 ਗ੍ਰਾਮ ਪੈਣੀ ਆ। ਉਹ ਜਿਹੜੀ ਲਫਿੰਡਾ ਤੇ ਏਮ ਜਿਹੜੀ ਇਨਫਿਨਿਟੀ ਜਿਹੜੀ ਹੈ, ਇਹ 25 ਤੋਂ 30 ਦਿਨਾਂ ਦੇ ਵਿੱਚ ਪੈਣੀ ਆ। ਜੇ ਆਪਾਂ ਦੂਜੀ ਦਵਾਈਆਂ ਦੇ ਨਾਲ 2,4-D ਲਾ ਕੇ ਪਾਉਣੀ ਆ, ਫਿਰ ਉਹ ਜਿਹੜੀ ਆਪਾਂ ਪਾਉਣੀ ਆ 35 ਤੋਂ 40 ਦਿਨਾਂ ਦੇ ਵਿੱਚ ਪੈ ਸਕਦੀ। ਦੂਜੀਆਂ ਦੇ ਐਲਗ੍ਰਿਪ ਵੀ ਜੇ ਆਪਾਂ ਰਲਾ ਕੇ ਪਾਉਣੀ ਆ ਤਾਂ ਉਹ 30 ਤੋਂ 35 ਦਿਨਾਂ ਦੇ ਵਿੱਚ ਨਾਲ ਪਾਉਣੀ ਆ। ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ, ਜਿਹੜੀ ਆਪਾਂ ਲੀਡਰ ਦਵਾਈ ਜਿਹੜੀ ਆ ਸਪਰੇਅ ਕਰਨੀ, ਮੈਟ ਸਲਫਰਾਨ ਜਿਹੜੀ ਦਵਾਈ ਆ, ਉਹ ਜਿੱਥੇ ਸਪਰੇਅ ਕਰਨੀ ਆ, ਉਹ ਇੱਕ ਤੇ ਜਿੱਥੇ ਆਪਾਂ ਚੌੜੇ ਪੱਤਿਆਂ ਲਈ ਕੋਈ ਫਸਲ ਨਹੀਂ ਬੀਜੀ, ਜਿਵੇਂ ਆਪਾਂ ਵਿੱਚ ਕੋਈ ਸਰੋਂ ਬੀਜੀ ਆ ਜਾਂ ਛੋਲੇ ਬੀਜੇ ਆ, ਉਸ ਫਸਲ ਦੇ ਵਿੱਚ ਉਹ ਸਪਰੇਅ ਨਹੀਂ ਕਰਨੀ। ਫਿਰ ਉਸ ਖੇਤ ਵਿੱਚ ਜਿਹੜਾ ਅਗਲੀ ਸਾਉਣੀ ਦੀ ਫਸਲ ਵਿੱਚ ਆਪਾਂ ਜਵਾਰ ਜਾਂ ਮੱਕੀ ਨਹੀਂ ਬੀਜਣੀ, ਕਿਉਂਕਿ ਉਹਦੇ ਉੱਗਣ 'ਤੇ ਉਹ ਅਸਰ ਪਾਉਂਦਾ। ਇਸ ਤੋਂ ਬਗੈਰ ਹੋਰ ਵੀ ਦਵਾਈਆਂ ਹੈਗੀਆਂ ਜਿਹੜੀਆਂ ਕਿ ਨਾ ਦੋਵੇਂ ਚੀਜ਼ਾਂ ਦਾ ਕੰਟਰੋਲ ਕਰ ਜਾਂਦੀਆਂ। ਜਿਹੜੀਆਂ ਜਿਵੇਂ ਟੋਟਲ ਦਵਾਈ ਆ, ਉਹ ਆਪਾਂ 16 ਗ੍ਰਾਮ ਵਰਤ ਸਕਦੇ ਹਾਂ। ਫਿਰ ਅਟਲਾਂਟਸ ਦਵਾਈ ਆ, ਉਹ 160। ਇਹ ਦਵਾਈ ਵਰਤ ਲਈਏ ਟੋਟਲ ਜਾਂ ਅਟਲਾਂਟਸ, ਤੇ ਫਿਰ ਸਾਨੂੰ
2,4-D ਜਾਂ AM ਜਾਂ Affinity ਵਰਤਣ ਦੀ ਲੋੜ ਨਹੀਂ, ਇਕੱਠਾ ਹੀ ਕੰਮ ਕਰਦੇ ਹਾਂ, ਇਕੱਠਾ ਇਹ ਕੰਮ। ਕਦੋਂ ਸਪਰੇਅ ਕਰਨੀ ਹੈ? ਇਹ ਵੀ 30-35 ਦਿਨਾਂ ਦੇ ਵਿੱਚ ਇਹ ਜ਼ਰੂਰ ਟਾਈਮ ਦਾ ਜ਼ਰੂਰ ਧਿਆਨ ਰੱਖਣਾ। ਫਿਰ ਜਿਹੜੀਆਂ ਹੋਰ ਸਖਤ ਜਿਹੜੇ ਨਦੀਨ ਜਿੱਥੇ ਮਰਦੇ ਨਹੀਂ ਆਪਣੇ ਗੁੱਲੀ ਡੰਡਾ, ਉਹਦੇ 'ਚ ਜਿਹੜੀਆਂ ਹੋਰ ਦਵਾਈਆਂ ਆਈਆਂ ਜਿਵੇਂ ਸਗਨ 21-11 ਦਵਾਈ ਆਈ ਆ, ਉਹ 'ਚ ਕਲਡੀਨਾਫਾਪ ਪਲੱਸ ਮੈਟੀਬੂਜਨ ਦਵਾਈ ਆ, ਤੇ ਫਿਰ ACM 9 ਆ, ਉਹਦੇ 'ਚ ਵੀ ਕਲਡੀਨਾਫਾਪ ਤੇ ਪਲੱਸ ਮੈਟੀਬੂਜਨ ਦਵਾਈ ਆ। ਡਾਕਟਰ ਸਾਹਿਬ ਦਵਾਈਆਂ ਦੀ ਲਿਸਟ ਬੜੀ ਲੰਬੀ ਹੈ, ਔਰ ਮੈਂ ਸਮਝਦਾ ਕਿ ਇਹਦੇ ਬਾਰੇ ਕਿਸਾਨ ਵੀਰ ਨੂੰ ਬੇਨਤੀ ਮੈਂ ਸਮਝਦਾ ਕਿ ਤੁਹਾਡੇ ਰਾਹੀਂ ਇਹੀ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਦਵਾਈ ਦਾ ਸਪਰੇਅ ਕਰਨਾ ਹੈ ਜ਼ਰੂਰ ਖੇਤੀ ਮਾਹਿਰ ਦੇ ਨਾਲ ਰਾਬਤਾ ਕਰ ਲਓ। ਇਹਦੇ 'ਚ ਇੱਕ ਡਾਕਟਰ ਹੋਰ ਮੈਂ ਇਹਦੇ 'ਚ ਦੱਸ ਦੂੰ, ਜਿੱਥੇ ਸਗਨ ਜਾਂ ACM 9 ਦਵਾਈ ਆ, ਇਹ 550 ਵੈਰਾਈਟੀ ਤੇ ਨਹੀਂ ਕਰਨੀ, ਉਹਨੂੰ ਮਾੜਾ ਅਸਰ ਕਰਦੀ ਆ, ਜਾਂ ਹਲਕਿਆਂ ਜ਼ਮੀਨਾਂ 'ਚ ਨਹੀਂ ਕਰਨੀ। ਡਾਕਟਰ ਸਾਹਿਬ ਤੁਸੀਂ ਵਿੱਚ ਨਾ ਗੱਲ ਕੀਤੀ ਸੀ ਕਿ ਜਦੋਂ ਆਪਾਂ ਸਪਰੇਅ ਕਰਨੀ ਹੈ ਤੇ ਨਦੀਨ ਨਾਸ਼ਕ ਦੇ ਕੱਟ ਵਾਲੀ ਨੋਜ਼ਲ ਦਾ ਇਸਤੇਮਾਲ ਕਰਨਾ, ਇਹ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਹੋ ਸਕਦਾ ਹੈ, ਜਾਂ ਸਪਰੇਅ ਦਾ ਸਮਾਂ ਕਈ ਵਾਰੀ ਪਲਸਮੈਂਟਸ ਹੋਣ ਕਰਕੇ, ਕਿਉਂਕਿ ਦਵਾਈਆਂ ਬਾਜ਼ਾਰ 'ਚੋਂ ਮਿਲਦੀਆਂ, ਕਿਸਾਨ ਵੀ ਕਈ ਵਾਰੀ ਬਿੱਲ ਵੀ ਲੈ ਕੇ ਵੀ ਆਉਂਦਾ ਹੈ ਜਿਸ ਤਰ੍ਹਾਂ ਤੁਸੀਂ ਸਿਫਾਰਿਸ਼ ਕਰਦੇ ਹੋ, ਲੇਕਿਨ ਫਿਰ ਵੀ ਅਸਰ ਨਹੀਂ ਕਰਦੀਆਂ ਦਵਾਈਆਂ। ਸੋ ਕਿਹੜੇ ਮੁੱਖ ਕਾਰਨ ਹੋ ਸਕਦੇ ਨੇ? ਤੁਸੀਂ ਮਾਹਿਰ ਹੋ, ਕਿਸਾਨਾਂ ਨਾਲ ਤੁਹਾਡਾ ਰਾਬਤਾ ਰਹਿੰਦਾ ਵੀ ਕਿਹੜੇ ਮੁੱਖ ਕਾਰਨ ਨੇ ਜਿਨ੍ਹਾਂ ਕਰਕੇ ਕਿਸਾਨ ਨੂੰ ਸਪਰੇਅ ਕਰਨ ਦੇ ਬਾਵਜੂਦ ਨਦੀਨ ਮਰਦਾ ਨਹੀਂ, ਔਰ ਕਿੰਨਾਂ ਕਾਰਨਾਂ ਨੂੰ ਧਿਆਨ 'ਚ ਦੇ ਕੇ ਇਹ ਸਮੱਸਿਆ ਦਾ ਨਿਪਟਾਰਾ ਕੀਤਾ ਜਾ ਸਕਦਾ? ਡਾਕਟਰ ਸਾਹਿਬ, ਇੱਕ ਤੇ ਨਦੀਨ ਨਾਸ਼ਕ ਜਿਹੜਾ ਨਾ ਆਪਾਂ ਚੇਂਜ ਕਰਦੇ ਰਹਿਣਾ ਚਾਹੀਦਾ। ਹਰ ਸਾਲ ਇੱਕੋ ਜਿਹੜਾ ਆਪਾਂ ਨਦੀਨ ਨਾਸ਼ਕ ਨਹੀਂ ਵਰਤਣਾ, ਉਹ ਚੇਂਜ ਕਰਦੇ ਰਹਿਣਾ। ਦੂਸਰਾ ਜਿਹੜਾ ਨਾ ਆਪਾਂ ਪਾਣੀ ਲਾਉਣਾ ਆ, ਜਿੰਨਾ ਜੇ 150 ਲੀਟਰ ਕਿਹਾ ਤੇ ਓਨਾ ਲਾਵਾਂਗੇ, ਤੇ ਫਿਰ ਜਿਹੜਾ ਆਪਾਂ ਜਿਹੜਾ ਸਮਾਂ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਜੇ ਸਮਾਂ ਜਦੋਂ ਲੰਘਿਆ ਨਦੀਨ ਸਖਤ ਹੋ ਗਏ, ਫਿਰ ਉਹਨੇ ਗਾਂ ਅਗਲੀ ਵਾਰ ਜਦੋਂ ਉਹਨੂੰ ਬੀ ਪੈਣਾ ਨਾ, ਉਹਨੇ ਫਿਰ ਕੰਟਰੋਲ ਨਹੀਂ ਕਰਨਾ। ਇਹਦੇ ਲਈ ਆਪਾਂ ਨੂੰ ਇਹ ਜ਼ਰੂਰੀ ਆ ਵੀ ਸਮੇਂ ਸਿਰ, ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਨਵੀਂ ਜਿਹੜੀ ਜ਼ਮੀਨ 'ਚ ਉਹ ਓਨੀ ਕੁ ਹੋਣੀ ਚਾਹੀਦੀ ਵੀ ਜਿਹਦੇ ਨਾਲ ਨਦੀਨ ਮਰਨ। ਜਦੋਂ ਆਪਾਂ ਜ਼ਿਆਦਾ ਨਵੀਂ ਤੇ ਸਪਰੇਅ ਕਰਦਾ, ਫਿਰ ਆਪਣੀ ਫਸਲ ਵੀ ਪੀਲੀ ਪਊਗੀ, ਉੱਤੇ ਵੀ ਨਦੀਨ ਨਾਸ਼ਕ ਦਾ ਅਸਰ ਹੋਊਗਾ। ਇਹ ਜਿਹੜੀਆਂ ਬੜੀਆਂ ਜ਼ਰੂਰੀ ਚੀਜ਼ਾਂ, ਤੇ ਜਦੋਂ ਆਪਾਂ ਇਹਨਾਂ ਦਿਨਾਂ 'ਚ ਪਾਣੀ ਵਰਤਣਾ, ਕੋਸ਼ਿਸ਼ ਕਰੋ ਵੀ ਜਦੋਂ ਸਪਰੇਅ ਕਰਨੀ, ਜੇ ਤਾਜ਼ਾ ਪਾਣੀ ਆਪਾਂ ਉਦੋਂ ਟਿਊਬਵੈੱਲ ਚਲਾ ਲਈ, ਜੇ ਲਾਈਟ ਆਉਂਦੀ ਤੇ ਤਾਜ਼ਾ ਵਰਤ ਲਈ ਤੇ ਜ਼ਿਆਦਾ ਵਧੀਆ, ਕਿਉਂਕਿ ਕਈ ਵਾਰ ਠੰਡੇ ਪਾਣੀ 'ਚ ਘੁਲਦਾ ਨਹੀਂ, ਠੰਡਾ ਪਾਣੀ ਸਪਰੇਅ ਦਾ ਸਵੇਰੇ ਸ਼ਾਮ ਦਾ ਕੋਈ ਫਰਕ ਤਾਂ ਨਹੀਂ ਹੈ? ਡਾਕਟਰ ਸਾਹਿਬ, ਉਹ ਤੇ ਫਰਕ ਹੈਗਾ ਵੀ ਜੇ ਇਹ ਜਦੋਂ ਸਪਰੇਅ ਨਦੀਨ ਨਾਸ਼ਕ ਦੀ ਕਰਨੀ ਆ, ਕੋਸ਼ਿਸ਼ ਕਰਨੀ ਧੁੱਪ ਵਾਲੇ ਦਿਨ ਕੀਤੀ ਜਾਵੇ। ਜੇ ਧੁੰਦ 'ਚ ਆਪਾਂ ਕਰਾਂਗੇ ਤੇ ਇਹਦਾ ਸਪਰੇਅ ਦਾ ਅਸਰ ਵੀ ਘਟੂਗਾ, ਇਹ ਜ਼ਰੂਰ ਧਿਆਨ ਰੱਖਣ ਵਾਲੀ ਗੱਲ। ਅੱਛਾ ਡਾਕਟਰ ਸਾਹਿਬ, ਦੇਖੋ ਇਹ ਬੜੇ ਉਹ ਨੁਕਤੇ ਨੇ ਜਿਹੜੇ ਕਿ ਪ੍ਰੈਕਟੀਕਲ ਨੁਕਤੇ ਨੇ। ਜੇ ਆਪਾਂ ਇਹਨਾਂ ਹੈ ਗੱਲਾਂ ਨਿੱਕੀਆਂ ਹੈ, ਤੇ ਜੇ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ ਤੇ ਫਿਰ ਵੱਡਾ ਕਾਰਨ ਬਣ ਜਾਂਦੀਆਂ, ਫਿਰ ਅਸੀਂ ਕਹਿੰਦੇ ਹਾਂ ਕਿ ਦਵਾਈ ਦਾ ਇਸ 'ਤੇ ਆਪਣਾ ਅਸਰ ਨਹੀਂ ਹੋਣ ਡਿਆ। ਸੋ ਇਸ ਪੱਖੋਂ ਧਿਆਨ ਦੇਣ ਦੀ ਲੋੜ ਹੈ ਵੀ ਆਪਾਂ ਸਹੀ ਸਾਲਟ ਦਾ ਇਸਤੇਮਾਲ ਕਰੀਏ, ਸਹੀ ਥਾਂ ਤੋਂ ਦਵਾਈ ਲਈਏ, ਹੈ ਨਾ, ਤੇ ਸਹੀ ਪਾਣੀ ਦਾ ਇਸਤੇਮਾਲ ਕਰਕੇ। ਡਾਕਟਰ ਸਾਹਿਬ, ਜੇ ਅਸੀਂ ਪਿੱਠੂ ਪੰਪ ਨਾਲ ਇਸਤੇਮਾਲ ਕਰਨੇ ਆ, ਫਿਰ ਤੁਸੀਂ ਕਿਹਾ ਕਿ 150 ਲੀਟਰ ਪਾਣੀ ਹੈ, ਤੇ ਜੇ ਅੱਜ ਕੱਲ੍ਹ ਦੂਜੇ ਪੰਪ ਚੱਲਦੇ ਨੇ, ਉੱਥੇ ਬਸ ਹੀ ਪਾਣੀ ਇੰਨਾ ਹੀ ਵਰਤਣਾ? ਡਾਕਟਰ ਸਾਹਿਬ, ਇਹਦੇ 'ਚ ਜਿਹੜਾ ਨਦੀਨ ਨਾਸ਼ਕ 'ਚ ਆ ਨਾ, ਪਾਣੀ ਦਾ ਓਨਾ ਹੀ ਆਪਾਂ ਵਰਤਣਾ, ਤੇ ਸਿਫਾਰਿਸ਼ ਵੀ ਇਹੋ ਆ ਵੀ ਪਿੱਠੂ ਪੰਪ ਦੇ ਨਾਲ ਕੀਤਾ ਜਾਵੇ। ਕਈ ਵਾਰੀ ਨਾ ਆਪਾਂ ਇਹ ਗੱਲ ਤੁਹਾਡੀ ਠੀਕ ਹੈ, ਕਈ ਵਾਰੀ ਅਸੀਂ ਨਾ ਪਾਣੀ ਦੀ ਵਰਤੋਂ ਦੇ ਘੋਲ ਕਰ ਦਿੰਦੇ ਹਾਂ ਵੀ ਪਾਣੀ ਕੋਈ ਗੱਲ ਨਹੀਂ, ਮਾਰਦੇ ਦੋ ਪੰਪ ਕੋਈ ਗੱਲ ਨਹੀਂ, ਹੈ ਨਾ, ਲੇਕਿਨ ਉੱਥੇ ਆਪਾਂ ਨੂੰ, ਕਿਉਂਕਿ ਜੇ ਦੂਸਰਾ ਪੰਪ ਹੈ ਨਾ, ਉਹਦੇ ਇੱਕਸਾਰ ਸਪਰੇਅ ਨਹੀਂ ਹੋਊਗੀ। ਜੇ ਉਹਦਾ ਬਰੀਕ ਆਪਾਂ ਕਣ ਕਰਤਾ ਸਪਰੇਅ ਦਾ, ਉਹ ਜਿਹੜੇ ਕਣਕ ਦੇ ਬੂਟਿਆਂ ਤੇ ਜ਼ਿਆਦਾ ਪੈਣੀ ਆ ਤੇ ਨਦੀਨਾਂ ਤੇ ਘੱਟ ਪੈਣੀ ਆ, ਨੇ ਉਹਨਾਂ ਦੇ ਪੱਤਿਆਂ ਤੇ। ਅੱਜ ਕੱਲ੍ਹ ਨਾ ਕਈਆਂ ਕੰਪਨੀਆਂ ਦੇ ਵੱਡੇ ਪੰਪ ਵੀ ਆਉਂਦੇ ਜਿਨ੍ਹਾਂ ਮਗਰ ਨੋਜ਼ਲਾਂ ਲੱਗੀਆਂ, ਲਾਂਸ ਲਾ ਕੇ ਨੋਜ਼ਲਾਂ ਲੱਗੀਆਂ, ਜਾਂ ਆਪਾਂ ਉਸ ਤਰ੍ਹਾਂ ਦਾ ਪੰਪ ਵੀ ਤਿਆਰ ਕਰਵਾ ਲਈਏ, ਕਿਉਂਕਿ ਆਪਾਂ ਨੂੰ ਲੋੜ ਤੇ ਪੈਣੀ ਕਾਫੀ ਆਪਣਾ, ਕਿਉਂਕਿ ਆਪਾਂ 70-75 ਰਕਬਾ ਤੇ ਆਪਾਂ ਕਣਕ ਥੱਲੇ ਹੀ ਬੀਜਦੇ। ਸਹੀ ਗੱਲ। ਤੇ ਜੇ ਆਪਾਂ ਉਹ ਨੋਜ਼ਲਾਂ ਵਾਲਾ ਕਰਾ ਲਈਏ ਤਾਂ ਉਹਦੇ ਨਾਲ ਇੱਕਸਾਰ ਸਪਰੇਅ ਸਾਰਾ ਕਵਰ ਹੋ ਜਾਊਗਾ। ਜਿਹੜਾ ਦੂਸਰੇ ਨਾਲ ਆਪਾਂ ਪਾਵਰ ਪੰਪ ਵਰਤਦੇ ਹਾਂ, ਉਹਦੇ ਨਾਲ ਕਵਰ ਨਹੀਂ ਹੁੰਦਾ, ਉਹਦੇ ਨਾਲ ਤਾਂ ਹੀ ਆਪਣਾ ਜਿਹੜਾ ਬੀ ਵਿੱਚ ਫਿਰ ਬਣ ਜਾਂਦਾ, ਫਿਰ ਗਾਂ ਅਗਲੇ ਸਾਲ ਆਉਂਦਾ। ਇੱਕ ਕੋਸ਼ਿਸ਼ ਕਰੀਏ ਜਿਹੜਾ ਵਿੱਚ ਬੀ ਜੇ ਉਹ ਰਹਿ ਗਏ ਨਦੀਨ, ਉਹਨਾਂ ਨੂੰ ਹੱਥ ਨਾਲ ਪੁੱਟ ਦਈਏ, ਜਾਂ ਉਹਨੂੰ ਮਾਰਚ 'ਚ ਆਪਾਂ ਉਹਨੂੰ ਕੱਢ ਲਈਏ, ਕਿਉਂਕਿ ਇਹਨੇ ਕਣਕ ਤੋਂ ਪੱਕਣ ਤੋਂ ਪਹਿਲਾਂ ਬੀ ਨੇ ਪੱਕਣਾ। ਜਿੰਨੇ ਨਦੀਨ ਆ ਇਹਨਾਂ ਦੀ ਸਾਰਿਆਂ ਦੀ ਇਹੋ ਹੁੰਦੀ ਆ ਵੀ ਇਹਨਾਂ ਜਿਹੜਾ ਮੇਨ ਫਸਲ ਪੱਕਣ ਤੋਂ ਪਹਿਲਾਂ ਇਹਨਾਂ ਬੀ ਆਪਣਾ ਪਕਾ ਕੇ ਘੇਰ ਦੇਣਾ, ਤੇ ਫਿਰ ਆਪਣੇ ਉਹਨਾਂ ਜਿਹੜੇ ਅਕਤੂਬਰ ਤੱਕ ਫਿਰ ਸੁੱਤਾ ਰਹਿੰਦਾ ਬੀ, ਇਹਨੇ ਫਿਰ ਜਦੋਂ ਠੰਡ ਹੋਣੀ ਉਦੋਂ ਉੱਗਣਾ ਸ਼ੁਰੂ ਹੋ ਜਾਣਾ। ਇਸ ਕਰਕੇ ਆਪਾਂ ਉਹਨੂੰ ਸਾਰੀ ਤਰ੍ਹਾਂ ਦਾ ਕੰਟਰੋਲ ਕਰਨਾ ਪਊ। ਇਕੱਲੇ ਆਪਾਂ ਜੇ ਦਵਾਈਆਂ ਨਾਲ ਇਕੱਲੀ ਕਰੀਏ ਤਾਂ ਉਹਦੇ ਨਾਲ ਕੰਟਰੋਲ ਨਹੀਂ ਹੋਣਾ।
ਬਿਲਕੁਲ ਜੀ, ਸਾਰੇ ਇਹਨੂੰ ਕਹਿੰਦੇ ਨੇ ਸਰਬਪੱਖੀ ਉਪਰਾਲੇ ਕਰਨ ਦੀ ਲੋੜ ਹੈਗੀ ਏ। ਔਰ ਦੇਖੋ ਨਦੀਨ, ਤੁਸੀਂ ਫਰਮਾਇਆ ਕਿ ਪਹਿਲਾਂ ਇਹਨੇ ਪੁੰਗਰਾਂ ਦੇ ਪਹਿਲਾਂ ਇਹਨੇ ਫਸਲ 'ਚ ਖਲਾਰਾ ਪਾ ਦੇਣਾ ਭਾਉ ਦੇ ਵਿੱਚ, ਤੇ ਬਾਅਦ 'ਚ ਅਗਲੇ ਦੁਬਾਰੇ ਫਿਰ ਉੱਗ ਪੈਣਾ। ਸੋ ਇੱਥੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਆਪਾਂ ਕਿਸ ਢੰਗ ਦੇ ਨਾਲ ਆਪਣੀ ਫਸਲ ਨੂੰ ਔਰ ਨਦੀਨਾਂ ਤੋਂ ਬਚਾਉਣਾ। ਡਾਕਟਰ ਸਾਹਿਬ ਦੇਖੋ, ਨਦੀਨ ਨਾਸ਼ਕਾਂ ਵਾਸਤੇ ਤੇ ਕਿਸਾਨਾਂ ਵੀਰਾਂ ਨੂੰ ਬੜੇ ਵਧੀਆ ਢੰਗ ਨਾਲ ਤੁਸੀਂ ਜਾਣਕਾਰੀ ਦੇ ਦਿੱਤੀ ਵੀ ਕਿਵੇਂ ਆਪਾਂ ਰੋਕਥਾਮ ਕਰਨੀ ਹੈ। ਹੁਣ ਖਾਦਾਂ ਦਾ ਇਸਤੇਮਾਲ ਵੀ ਆਪਾਂ ਨੂੰ ਕਰਨਾ ਪੈਂਦਾ ਹੈ ਇਹਨਾਂ ਦਿਨਾਂ ਦੇ ਵਿੱਚ। ਯੂਰੀਆ ਦੀ ਵੀ ਜਿਹੜੀ ਇਹ ਡੋਜ਼ ਕਿਸਾਨ ਨੇ ਦੇਣੀ ਹੈ, ਉਹਦਾ ਇਸਤੇਮਾਲ ਵੀ ਕਰਨਾ ਹੈ। ਕਈ ਵਾਰੀ ਛੋਟੇ ਤਾਦਾਦ ਦੀ ਘਾਟ ਵੀ ਆ ਜਾਂਦੀ ਹੈ, ਉਹਦੇ ਬਾਰੇ ਵੀ ਉਪਰਾਲੇ ਕਰਨੇ ਨੇ। ਸੋ ਬਤੌਰ ਮਾਹਿਰ ਕਿਹੜੇ ਖਾਸ ਨੁਕਤੇ ਆਪਾਂ ਧਿਆਨ 'ਚ ਦਈਏ ਤਾਂ ਕਿ ਇਹ ਜਿਹੜਾ ਸਮਾਂ ਹੈ ਔਰ ਪਾਣੀ ਵੀ ਆਪਾਂ ਦੇਣਾ, ਇਹ ਸਾਰੇ ਕੰਮ ਜਿਹੜੇ ਨਾਲ ਨਾਲ ਚੱਲਣੇ ਨੇ, ਕੀ ਕਹਿਣਾ ਚਾਹੋਗੇ? ਡਾਕਟਰ ਸਾਹਿਬ, ਯੂਰੀਆ ਦਾ ਜਿਹੜਾ ਨਾ, ਯੂਰੀਆ ਆਪਾਂ ਜਿਹੜੀ ਕਣਕ ਨੂੰ ਜਿਹੜੀ ਆਪਾਂ ਜੇ 90 ਕਿਲੋ ਯੂਰੀਆ ਪਾਉਣੀ ਆ ਜੀ, ਤੇ ਉਹ ਆਪਾਂ ਜਿਹੜੀ 55 ਦਿਨਾਂ ਤੱਕ, ਜਦੋਂ ਆਪਣੇ ਬਿਜਾਈ ਤੋਂ 55 ਦਿਨਾਂ ਦੇ ਵਿੱਚ ਪਾ ਦੇਣੀ। ਉਸ ਤੋਂ ਬਾਅਦ ਪਾਵਾਂਗੇ ਤੇ ਆਪਣਾ ਨੁਕਸਾਨ ਕਰੂਗੀ ਫਾਇਦਾ ਕਰਨ ਦੀ ਥਾਂ। ਇਹ ਜ਼ਰੂਰ ਧਿਆਨ ਰੱਖਣਾ। 45 ਕਿਲੋ ਆਪਾਂ ਪਹਿਲੇ ਪਾਣੀ ਦੇ ਨਾਲ ਪਾ ਦਈਏ। ਜੇ ਆਪਾਂ ਹੈਪੀ ਸੀਡਰ ਨਾਲ ਬੀਜਿਆ ਤੇ ਫਿਰ ਆਪਾਂ ਉਹਨੂੰ ਜਿਹੜਾ ਪਹਿਲੋਂ ਛੱਟਾ ਦੇ ਦਈਏ ਪਾਣੀ ਦੇਣ ਤੋਂ, ਦੂਜਿਆਂ 'ਚ ਆਪਾਂ ਬਾਅਦ 'ਚ ਆਪਾਂ ਪਾ ਦਈਏ। ਤੇ 45 ਕਿਲੋ ਜਿਹੜਾ ਦੂਜੇ ਪਾਣੀ ਦੇਣ ਤੋਂ ਪਹਿਲੋਂ, ਜੇ ਕਿਤੇ ਮੀਂਹ ਦੇ ਨਾਲ ਲੇਟ ਹੁੰਦਾ ਤੇ ਆਪਾਂ 55 ਦਿਨ ਤੱਕ ਉਹ ਆਪਣੀ ਯੂਰੀਆ ਦੀ ਜਿਹੜੀ ਖੁਰਾਕ ਦੇ ਦੇਣੀ ਆ, ਉਸ ਤੋਂ ਬਾਅਦ ਨਹੀਂ। ਇਹ ਜ਼ਰੂਰ ਧਿਆਨ ਰੱਖਣਾ ਵੀ ਆਪਾਂ 55, ਜੇ ਆਪਾਂ ਨੂੰ ਮੰਨ ਲਓ ਕਿਤੇ ਘਾਟ ਨਜ਼ਰ ਆਉਂਦੀ ਆ, ਆਪਾਂ 3% ਯੂਰੀਆ ਦਾ ਸਪਰੇਅ ਵੀ ਕਰ ਸਕਦੇ ਹਾਂ। 3 ਕਿਲੋ ਯੂਰੀਆ ਆਪਾਂ 100 ਲੀਟਰ ਪਾਣੀ 'ਚ ਘੋਲ ਕੇ ਤੇ ਉਹਨੂੰ ਆਪਾਂ 300 ਲੀਟਰ ਪਾਣੀ ਜਿਹੜਾ ਆਪਾਂ ਵਰਤਣਾ ਇਹਦੇ ਲਈ, 9 ਕਿਲੋ ਯੂਰੀਆ ਜਿਹੜਾ ਸਪਰੇਅ ਹੋਣਾ ਦੂਰਾ ਸਪਰੇਅ ਕਰ ਦਈਏ ਤੇ ਆਪਣੀ ਜਿਹੜੀ ਘਾਟ ਵੀ ਜਿਹੜੀ ਇਹਦੇ ਨਾਲ ਪੂਰੀ ਹੋ ਜਾਂਦੀ ਆ। ਇਹ ਤੇ ਹੋ ਗਿਆ ਯੂਰੀਆ ਦਾ। ਦੂਸਰਾ ਪਾਣੀ ਦਾ। ਪਾਣੀ ਵੀ ਜਿਹੜਾ ਨਾ ਬਹੁਤ ਹੈ। ਪਹਿਲਾ ਪਾਣੀ ਵੀ ਸਭ ਤੋਂ ਜ਼ਰੂਰੀ ਅਹਿਮ ਹੈ ਤੇ ਆਖਰੀ ਪਾਣੀ ਵੀ ਉਸੇ ਤਰ੍ਹਾਂ ਹੀ ਅਹਿਮ ਹੈ ਆਪਣਾ। ਪਹਿਲਾ ਪਾਣੀ ਜਿਹੜਾ ਜਦੋਂ ਆਪਾਂ ਜਿਹੜੀ ਅਕਤੂਬਰ 'ਚ ਬੀਜੀ ਆ ਕਣਕ, ਜਾਂ ਪਹਿਲੋਂ ਥੋੜ੍ਹੇ ਨਵੰਬਰ ਤੱਕ ਹੱਦ ਤੱਕ, ਉਹਦੇ 'ਚ ਆਪਾਂ ਜਿਹੜਾ ਪਹਿਲਾ ਪਾਣੀ 3 ਹਫ਼ਤਿਆਂ ਦੇ ਵਿੱਚ ਕੋਸ਼ਿਸ਼ ਕਰਨੀ ਦੇ ਦਈਏ। ਥੋੜ੍ਹਾ ਬਹੁਤਾ 1-2 ਦਿਨ ਹੋ ਸਕਦਾ, ਜ਼ਮੀਨ ਜੇ ਰੇਤਲੀ ਹੈ ਤਾਂ ਉਹਨੂੰ ਪਹਿਲੋਂ ਦੇਣਾ ਪਊ, ਜੇ ਭਾਰੀ ਹੈ ਤਾਂ ਉਹਨੂੰ ਆਪਾਂ ਥੋੜ੍ਹਾ ਲੇਟ ਕਰ ਸਕਦੇ। ਫਿਰ ਜਿਹੜਾ ਦੂਸਰੇ ਜਿਹੜੇ ਥੋੜ੍ਹੀ ਉਹ ਤੋਂ ਬਾਅਦ ਆ ਫਸਲ ਬੀਜੀ, ਉਹਨੂੰ ਆਪਾਂ 4 ਹਫ਼ਤਿਆਂ ਬਾਅਦ ਜਿਹੜਾ ਪਾਣੀ ਪਹਿਲਾਂ ਦੇ ਦੇਣਾ ਜੀ, ਤਾਂ ਕਿ ਇਹ ਬਿਜਾਈ ਤੋਂ 4 ਹਫ਼ਤੇ। ਬਿਜਾਈ ਤੋਂ 4 ਹਫ਼ਤੇ ਜੀ, ਜਿੰਨੀ ਮੈਂ ਗੱਲ ਕਰ ਬਿਜਾਈ ਤੋਂ 4 ਹਫ਼ਤੇ। ਇਹ ਜਿਹੜਾ ਉਸ ਤੋਂ ਬਾਅਦ ਫਿਰ ਜਿਹੜਾ ਪਹਿਲੇ ਪਾਣੀ ਤੋਂ ਬਾਅਦ ਫਿਰ ਜੇ ਪਹਿਲੀ ਬੀਜੀ ਆ ਜੋ ਠੰਡ ਹੋ ਜਾਂਦੀ, ਫਿਰ 5-6 ਹਫ਼ਤਿਆਂ ਬਾਅਦ ਹੁੰਦਾ ਤੇ ਮੁੜ ਕੇ ਦੂਜਾ ਪਾਣੀ ਫਿਰ ਉਹਦਾ ਕੋਈ 4 ਹਫ਼ਤਿਆਂ ਬਾਅਦ। ਤੇ ਲਾਸਟ ਪਾਣੀ ਕਦੋਂ ਦੇਣਾ? ਲਾਸਟ ਪਾਣੀ ਜਿਹੜਾ ਆਪਾਂ ਜਿਹੜੀ ਫਸਲ ਆ ਜਿਹੜੀ ਸਮੇਂ ਸਿਰ ਬੀਜੀ ਆ ਉਹਨੂੰ ਮਾਰਚ ਅਖੀਰ ਤੱਕ ਪਾਣੀ ਦੇਣਾ ਕਿਉਂਕਿ ਜਦੋਂ ਉਹਦਾ ਦਾਣਾ ਬਣਨਾ ਆ ਉਦੋਂ ਜ਼ਰੂਰੀ ਆਪਾਂ ਪਾਣੀ ਦੇਣਾ। ਕਈ ਵਾਰ ਬਾਰਿਸ਼ਾਂ ਪੈ ਜਾਂਦੀਆਂ ਤੇ ਆਪਾਂ ਅਣਗਹਿਲੀ ਕਰ ਦਿੰਦੇ ਆ। ਇਹ ਜ਼ਰੂਰ ਦੇਖਣਾ ਵੀ ਆਪਾਂ ਉਦੋਂ ਜਿਹੜਾ ਮੀਂਹ ਜਿਹੜਾ ਹਨੇਰੀ ਨਾਰੀ ਦਾ ਤਾਂ ਨਹੀਂ ਕੋਈ ਹੈਗਾ, ਕਿਉਂਕਿ ਅੱਜ ਕੱਲ੍ਹ ਨੈੱਟ ਸਾਰਿਆਂ ਕੋਲ ਆਪਾਂ ਮੌਸਮ ਦਾ ਪਹਿਲੋਂ ਵੇਖ ਕੇ ਉਹਦੇ ਹਿਸਾਬ ਨਾਲ ਜ਼ਰੂਰ ਪਾਣੀ ਆਪਾਂ ਦੇਣਾ। ਲਾਸਟ ਮਾਰਚ ਤੱਕ ਆਪਾਂ ਉਹਨੂੰ ਪਾਣੀ ਦਿੰਦੇ ਰਹਿਣਾ ਜ਼ਰੂਰ, ਉਸ ਹਿਸਾਬ ਨਾਲ ਜਿੰਨਾ ਉਹਦੀ ਲੋੜ ਆ। ਤੇ ਜਿਹੜੀ ਆਪਾਂ ਲੇਟ ਫਸਲ ਬੀਜੀ ਆ ਉਹਨੂੰ 10 ਅਪ੍ਰੈਲ ਤੱਕ ਆਪਾਂ ਲਾਸਟ ਪਾਣੀ ਜ਼ਰੂਰ ਦੇ ਦੇਣਾ। ਉਹ ਇਹ ਜ਼ਰੂਰੀ ਆ ਪਾਣੀ ਦੇਣਾ, ਕਿਉਂਕਿ ਨਹੀਂ ਤਾਂ ਦਾਣਾ ਆਪਣਾ ਨਹੀਂ ਸਹੀ ਬਣੂਗਾ ਤੇ ਝਾੜ ਆਪਣਾ ਘਟੂਗਾ। ਸੋ ਮੈਂ ਸਮਝਣਾ ਕਿ ਇਹ ਨੁਕਤੇ ਜਿਹੜੇ ਨੇ ਬੇਹੱਦ ਜ਼ਰੂਰੀ ਨੇ ਕਣਕ ਦੀ ਬਿਹਤਰ ਕਾਸ਼ਤਕਾਰੀ ਵਾਸਤੇ। ਸਮੇਂ ਦੀਆਂ ਗੱਲਾਂ ਹੈਗੀਆਂ। ਜਿਉਂ-ਜਿਉਂ ਸਮਾਂ ਸਾਡਾ ਕਣਕ ਦਾ ਆਉਣਾ ਹੈ, ਕਣਕ ਉੱਚੀ ਹੋਣੀ ਹੈ ਤੇ ਸਮੱਸਿਆਵਾਂ ਸਾਨੂੰ ਕੀੜੇ ਬਿਮਾਰੀ ਨੇ ਵੀ ਆਉਣੀ ਹੈ, ਉਦੋਂ ਵੀ ਤੁਹਾਨੂੰ ਜਾਗਰੂਕ ਕਰਾਂਗੇ। ਹਾਲ ਦੀ ਘੜੀ ਆਪਾਂ ਜਿਹੜੇ ਧਿਆਨ ਦੇਣ ਵਾਲੀਆਂ ਗੱਲਾਂ ਨੇ ਉਹ ਇਹੋ ਹੀ ਨੇ ਕਿ ਆਪਾਂ ਬਿਲਕੁਲ ਖਾਦ ਦਾ ਧਿਆਨ ਦਈਏ, ਅਸੀਂ ਪਾਣੀ ਦਾ ਧਿਆਨ ਦਈਏ, ਨਦੀਨ ਨਾਸ਼ਕਾਂ ਦਾ ਬਿਲਕੁਲ ਤਕਨੀਕੀ ਢੰਗ ਨਾਲ ਇਸਤੇਮਾਲ, ਪੈਸੇ ਵੀ ਆਪਾਂ ਖਰਚਣੇ ਧਿਆਨ ਨਾਲ ਕਰੀਏ। ਸੋ ਇਹ ਸਾਰੇ ਕੰਮ ਕਰਾਂਗੇ ਤੇ ਗਰੰਟੀ ਦੀ ਸਾਡੀ ਜਿਹੜੀ ਕਾਮਯਾਬੀ ਦੀ ਪੂਰੀ ਗਰੰਟੀ ਹੈ। ਸੋ ਡਾਕਟਰ ਗੁਰਿੰਦਰਜੀਤ ਸਿੰਘ ਜੀ, ਬੜੇ ਵਧੀਆ ਢੰਗ ਨਾਲ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ ਹੈ। ਤੁਹਾਡੀ ਇਸ ਜਾਣਕਾਰੀ ਲਈ बहुत-बहुत ਮਿਹਰਬਾਨੀ ਜੀ। भारत सरकार का हर प्रयास किसानों को दे रहा है एक नई आस। देश के किसानों की खुशहाली और उन्हें आत्मनिर्भर बनाने के लिए भारत सरकार समर्पित है। प्रधानमंत्री श्री नरेंद्र मोदी जी के नेतृत्व में कृषि क्षेत्र में किए गए निरंतर प्रयासों के फलस्वरूप देश खाद्यान्न व बागवानी के क्षेत्र में आत्मनिर्भर हो चुका है और देश में दलहन का उत्पादन भी बढ़ा है। इसी तरह भारत सरकार ने खाद्य तेलों के उत्पादन को बढ़ाने के भी अनेक प्रयास किए हैं। इसी क्रम को आगे बढ़ाते हुए माननीय प्रधानमंत्री श्री नरेंद्र मोदी जी के नेतृत्व में भारत सरकार ने दूरदर्शी निर्णय लेते हुए राष्ट्रीय खाद्य तेल मिशन ऑयल पाम की शुरुआत की है। इस मिशन से देश भर के किसानों को बहुत लाभ मिलेगा। कृषि के पूंजी निवेश में वृद्धि होगी, खाद्य तेल आयात पर देश की निर्भरता कम होगी और रोजगार के नए अवसर पैदा होंगे। खाने के तेल में
आत्मनिर्भरता के लिए अब राष्ट्रीय खाद्य तेल मिशन ऑयल पाम का संकल्प लिया गया है। इससे किसानों को तो सीधा लाभ होगा ही, गरीब और मध्यम वर्ग के परिवारों को सस्ता और अच्छी क्वालिटी का तेल भी मिलेगा। यही नहीं, ये मिशन बड़े स्तर पर रोजगार का निर्माण करेगा। इस मिशन के अंतर्गत ऑयल पाम का रकबा और पैदावार बढ़ाने पर जोर देने के लिए सरकार ने 11,000 करोड़ रुपए से अधिक की सहायता राशि निर्धारित की है। मिशन के तहत सरकार ने ऑयल पाम की खेती के लिए रोपण आदि की सहायता में बढ़ोतरी करते हुए पहले मिलने वाले 12,000 रुपए प्रति हेक्टेयर को बढ़ाकर 29,000 रुपए प्रति हेक्टेयर तक कर दिया है। ऑयल पाम के पुराने बागों के पुनरुद्धार के लिए 250 रुपए प्रति पौधा के हिसाब से विशेष सहायता दी जा रही है। पौधारोपण सामग्री की कमी दूर करने और बीजों की पैदावार करने वाले बागों को भी सहायता दी जाएगी। इसके तहत 15 हेक्टेयर ऑयल पाम उद्यान के लिए 80 लाख रुपए तक की सहायता राशि दी जाएगी। इसके अलावा नर्सरी विकास के लिए 40 लाख रुपए तक तय किए गए हैं। पूर्वोत्तर और अंडमान राज्यों के लिए विशेष सहायता का भी प्रावधान है। ऑयल पाम के किसान ताजे फलों के गुच्छे यानी FFB का उत्पादन करते हैं, जिनकी वर्तमान में कीमतें अंतर्राष्ट्रीय मूल्यों में उतार चढ़ाव के आधार पर तय होती हैं। पहली बार केंद्र सरकार ताजे फलों के गुच्छे की कीमत के लिए किसानों को आश्वासन दे रही है। ये व्यवहार्यता मूल्य यानी VP कहलाएगा, यानी किसानों को कोई घाटा नहीं होने दिया जाएगा। व्यवहार्यता मूल्य VP तय करने की शुरुआत 1 नवंबर से होगी और अगले वर्ष 31 अक्टूबर तक जारी रहेगी। इसे ऑयल पाम वर्ष कहा जाएगा। इस योजना के तहत वर्ष 2025-26 तक ऑयल पाम का रकबा 6.5 लाख हेक्टेयर सृजित करने और कच्चे ऑयल पाम की पैदावार वर्ष 2025-26 तक 11.20 लाख टन पहुंचाने का लक्ष्य निर्धारित किया गया है। सरकार के इस महत्वपूर्ण निर्णय से देश में ऑयल पाम की खेती करने वाले किसानों में विश्वास पैदा होगा और वे खेती का रकबा बढ़ाएंगे। इस तरह पाम ऑयल का उत्पादन भी बढ़ेगा, जिससे किसानों की आय बढ़ेगी और ग्रामीण अर्थव्यवस्था भी सुदृढ़ होगी।